ਪੰਜਾਬੀ ਨੈਸ਼ਨਲ ਟੀਵੀ ਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਤੇ ਅਸੀਂ ਸਿੰਘੂ ਬਾਰਡਰ ਤੋਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੇ ਤੁਸੀਂ ਦੇਖੋਗੇ ਇਸ ਅੰਦੋਲਨ ਦੇ ਵਿੱਚ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਹੈ ਕਿ ਹਰ ਕੋਈ ਇੱਥੇ ਆ ਕੇ ਆਪਣਾ ਯੋਗਦਾਨ ਦੇ ਰਿਹਾ ਹੈ। ਉਹ ਚਾਹੇ ਡਾਕਟਰ ਹੋਵੇ, ਚਾਹੇ ਇੰਜੀਨੀਅਰ ਹੋਵੇ ਤੇ ਚਾਹੇ ਸਾਡੇ ਫੌਜੀ ਵੀਰ ਹੋਣ। ਤੇ ਅੱਜ ਜਿਨ੍ਹਾਂ ਨਾਲ ਮੈਂ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਤੁਹਾਡੀ, ਉਹ ਵੀ ਸਾਡੇ ਰਿਟਾਇਰਡ ਫੌਜੀ ਨੇ, ਫਾਈਟਰ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਬਾਰਡਰਸ ਦੇ ਉੱਤੇ ਜੰਗਾਂ ਲੜਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡਾ ਫਤਿਹ ਪ੍ਰਵਾਨ ਕਰੋ। ਮੇਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਅੱਜ ਆਏ ਹੋ ਇੱਥੇ ਅੰਦੋਲਨ ਦੇ ਵਿੱਚ, ਕਿਵੇਂ ਦਾ ਲੱਗ ਰਿਹਾ? ਸਾਨੂੰ ਜੀ ਇਹ ਲੱਗ ਰਿਹਾ ਕਿ ਜੋ ਅਸੀਂ ਇੱਥੋਂ ਦੀ ਪਬਲਿਕ ਵੇਖੀ, ਕਿਸਾਨਾਂ ਦਾ ਮਰਾਲ ਵੇਖਿਆ, ਸਾਨੂੰ ਇਹ ਮਹਿਸੂਸ ਹੁੰਦਾ ਵੀ ਅਸੀਂ ਜਲਦੀ ਤੋਂ ਜਲਦੀ ਇਹ ਮੋਰਚਾ ਫਤਿਹ ਕਰਾਂਗੇ। ਔਰ ਢੋਲ ਵਜਾਉਂਦੇ ਹੋਏ ਅੱਗੇ ਸਾਡੇ ਘੋੜੇ ਗੂੰਜਾਂ ਗੱਜਦੇ ਹੋਏ, ਡਾਂਸ ਕਰਦੇ ਹੋਏ ਪੰਜਾਬ ਨੂੰ ਜਾਣਗੇ। ਇਹ ਮਹਿਸੂਸ ਹੋ ਰਿਹਾ ਸਾਨੂੰ ਜੀ। ਕੀ ਸੋਚਦੇ ਹੋ ਕਿ ਜਦੋਂ ਤੁਸੀਂ ਬਾਰਡਰ ਦੇ ਉੱਤੇ ਲੜਦੇ ਸੀਗੇ ਤੇ ਅੱਜ ਤੁਸੀਂ ਰਿਟਾਇਰਡ ਵੀ ਹੋ ਚੁੱਕੇ ਹੋ, ਤੇ ਅੱਜ ਇਸ ਅੰਦੋਲਨ ਦੇ ਵਿੱਚ ਆ ਕੇ ਸਾਡੇ ਕਿਸਾਨ ਭਰਾ ਜਿਹੜੇ ਨੇ ਉਹ ਇਸ ਲੜਾਈ ਨੂੰ ਲੜ ਰਹੇ ਨੇ, ਕਿਵੇਂ ਦੇਖਦੇ ਹੋ? ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਆ ਜੀ, ਕਿਉਂ ਅਸੀਂ ਜੋ ਵੀ ਲੜਾਈਆਂ ਲੜੀਆਂ ਫੌਜ ਦੇ ਵਿੱਚ, ਅਸੀਂ ਦੁਸ਼ਮਣ ਦੇ ਨਾਲ ਲੜੀਆਂ। ਅਸੀਂ ਇੰਟਰਨਲ ਨਹੀਂ ਕੋਈ ਵੀ ਲੜਾਈ ਲੜੀ ਕਿ ਸਾਨੂੰ ਐਡੀ ਨੌਬਤ ਆਈ ਆਵੇ। ਹੁਣ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਸੈਂਟਰ ਸਰਕਾਰ ਨੂੰ ਕੀ ਨੌਬਤ ਆ ਗਈ ਆ ਕਿ ਕਿਸਾਨਾਂ ਦੇ ਨਾਲ ਸੈਂਟਰ ਕਿਉਂ ਲੜਾਈ ਲੜ ਰਿਹਾ, ਜਿਹਦੀ ਵਜ੍ਹਾ ਕਰਕੇ ਸਾਨੂੰ ਕਿਸਾਨਾਂ ਨੂੰ ਸਮਰਥਨ ਦੇਣ ਵਾਸਤੇ ਅੰਮ੍ਰਿਤਸਰ ਨੂੰ ਕਾਫਲੇ ਦੇ ਨਾਲ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਜੋ ਐਕਸ ਸਰਵਿਸਮੈਨ ਆ, ਸਾਨੂੰ ਆਪਣੇ ਕਿਸਾਨ ਮਾਂ ਪਿਓ, ਭੈਣ ਭਰਾ, ਬੀਬੀਆਂ, ਭੈਣਾਂ ਭਰਾਵਾਂ ਦੀ ਹੈਲਪ ਵਾਸਤੇ ਸਾਨੂੰ ਫੌਜੀਆਂ ਨੂੰ, ਅਸੀਂ ਇੱਕ ਕਾਨੂੰਨ ਵਾਲੇ, ਕਾਨੂੰਨ 'ਚ ਚੱਲਣ ਵਾਲੇ ਇਨਸਾਨ ਆ, ਸਾਨੂੰ ਆਪਣੇ ਪਰਿਵਾਰ ਕਰਕੇ ਅੰਮ੍ਰਿਤਸਰ ਤੋਂ ਐਕਸ ਸਰਵਿਸਮੈਨ ਸਾਰੇ ਨੂੰ ਦਿੱਲੀ ਆਉਣਾ ਪਿਆ, ਜੋ ਕਿ ਸਾਨੂੰ ਇਹ ਸ਼ੋਭਾ ਨਹੀਂ ਦਿੰਦਾ। ਤੇ ਇੱਥੇ ਆ ਕੇ ਜਦੋਂ ਤੁਸੀਂ ਮਾਹੌਲ ਦੇਖਦੇ ਹੋ, ਸਾਡੇ ਬਜ਼ੁਰਗ ਜਿਹੜੇ ਨੇ ਵਿਚਾਰੇ ਠੰਡ ਦੇ ਵਿੱਚ ਸੋ ਰਹੇ ਨੇ, ਸਾਰਾ ਦਿਨ ਇਦਾਂ ਹੀ ਨਿਕਲ ਜਾਂਦਾ ਆ ਇੱਥੇ, ਚਾਹੇ ਸਾਰਾ ਕੁਝ ਮਿਲ ਰਿਹਾ ਹੈ ਇੱਥੇ, ਪਰ ਫਿਰ ਵੀ ਠੰਡ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ। ਇਹਦਾ ਜੀ ਜੋ ਸਾਡੇ PM ਸਾਹਿਬ ਆ, ਉਹਨਾਂ ਦਾ ਫਰਜ਼ ਬਣਦਾ ਇਹਦੇ ਬਾਰੇ ਸੋਚਣਾ, ਜੋ ਕਿ ਆਪਣੇ ਮਨ ਕੀ ਬਾਤ ਬੜੇ ਤਰੀਕੇ ਨਾਲ ਸਭ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਕਿਸਾਨਾਂ ਦੀ ਬਾਤ ਸੁਣਨ ਵਾਸਤੇ ਤਿਆਰ ਨਹੀਂ। ਇਹ ਉਹਨਾਂ ਦਾ ਫਰਜ਼ ਆ। ਅਸੀਂ ਪੰਜਾਬ 'ਚੋਂ ਆਏ ਆ, ਮੋਦੀ ਸਾਹਿਬ ਸਾਡੇ ਪੰਜਾਬ 'ਚ ਆ ਕੇ ਦੱਸੇ, ਅਸੀਂ ਆਪਣੇ ਪੈਰਾਂ ਦੀਆਂ, ਉਹਨਾਂ ਦੇ ਪੈਰਾਂ ਦੇ ਥੱਲੇ ਆਪਣੀਆਂ ਹੱਥਾਂ ਦੀਆਂ ਤਲੀਆਂ ਰੱਖ ਕੇ ਉਹਨੂੰ ਉੱਤੇ ਹੱਥਾਂ 'ਤੇ ਚੱਕ ਲਈਏ। ਪਰ ਸਾਨੂੰ ਦੁੱਖ ਦੀ ਗੱਲ ਆ ਵੀ ਕਿਸਾਨ ਜੋ ਹਿੰਦੁਸਤਾਨ ਦੇ ਹਰ ਵਰਗ ਦਾ ਢਿੱਡ ਭਰਦਾ ਵਾ, ਉਹ ਅੱਜ ਇੰਨੀ ਠੰਡ ਦੇ ਵਿੱਚ, ਬਜ਼ੁਰਗ, ਮਾਵਾਂ, ਭੈਣਾਂ, ਬੱਚੇ, ਕਿਸਾਨ ਠੰਡ ਦੇ ਵਿੱਚ, ਇਹੋ ਜਿਹੀ ਠੰਡ ਦੇ ਵਿੱਚ ਸੜਕਾਂ ਤੇ ਰੋ ਰਹੇ ਨੇ। ਪਰ ਸਾਡੇ ਜੋ PM ਸਾਹਿਬ ਆ, ਉਹ ਅਜੇ ਵੀ ਉਹਨਾਂ ਦਾ ਕੋਈ ਧਿਆਨ ਨਹੀਂ ਕਿਸਾਨਾਂ ਵੱਲ। ਫੈਸਲਾ ਜਿਹੜਾ ਆ ਸੁਪਰੀਮ ਕੋਰਟ ਕੋਲ ਵੀ ਚਲਾ ਗਿਆ ਆ, ਉਹਨਾਂ ਨੇ ਕਿਹਾ ਆ ਕਿ ਆਪਣੀਆਂ ਤੁਸੀਂ ਪਾਰਟੀ ਬਣਾ ਲਓ ਇੱਕ, ਤੇ ਕਿਵੇਂ ਲੱਗਦਾ ਹੈ ਕਿ ਇਹ ਹੱਲ ਹੋ ਜਾਊ ਮਸਲਾ ਇਸ? ਦੇਖੋ ਜੀ, ਜੋ PM ਆ, ਜੋ ਜੱਜ ਸਾਹਿਬ ਆ ਜਾਂ ਕੋਰਟ ਜਿਹੜੇ ਉਹਨਾਂ ਦੇ ਆ, ਜੇ ਉਹਨਾਂ ਨੇ ਧਾਰਾ 70 ਲਾਈ ਤੇ ਉੱਥੇ ਜੱਜ ਨਹੀਂ ਹੈਗੇ ਦਿੱਲੀ ਦੇ, ਜੰਮੂ ਦੇ ਵਿੱਚ, ਉੱਥੇ ਕੀ ਉਹਨਾਂ ਨੇ ਕਰ ਲਿਆ? ਉੱਥੇ ਮੁਸਲਮ ਜ਼ਿਆਦਾ 70% ਮੁਸਲਮਾਨ ਮੈਂ, ਉਹਨਾਂ ਨੇ ਇਹਨਾਂ ਦਾ ਕੀ ਕਰ ਲਿਆ? ਸੋ ਇਹ ਜੋ ਮੋਦੀ ਸਾਹਿਬ ਆ, ਇਹਨਾਂ ਨੇ ਅਜੇ ਤੱਕ ਧੱਕੇਸ਼ਾਹੀਆਂ ਕੀਤੀਆਂ ਨੇ ਹਿੰਦੁਸਤਾਨ ਦੇ ਵਿੱਚ, ਔਰ ਉਹਨਾਂ ਦੀ ਇਹ ਜਿਹੜੀ ਸੋਚ ਆ ਕਿ ਮੈਂ ਪੰਜਾਬ ਨੂੰ ਧੱਕੇ ਨਾਲ ਦਬਾ ਲੂੰਗਾ, ਇਹ ਉਹਨਾਂ ਦੀ ਸੋਚ ਗਲਤ ਆ। ਖਾਲਸਾ ਜੋ ਆ, ਇੱਕ ਕਿਸਾਨ ਜੋ ਆ, ਇੱਕ ਖਾਲਸੇ ਦਾ ਰੂਪ ਆ, ਤੇ ਖਾਲਸਾ ਕਦੀ ਝੁਕਦਾ ਨਹੀਂ, ਹਮੇਸ਼ਾ ਆਪਣੀ ਫਤਿਹ ਪ੍ਰਵਾਨ ਕਰਕੇ ਆਉਂਦਾ ਵਾ। ਅਸੀਂ ਫੌਜ ਦੇ ਵਿੱਚ ਵੀ ਜਿੱਥੇ ਮਹਾਰਾਜ ਦਾ ਨਾਮ ਲੈ ਕੇ, ਗੁਰੂ ਗ੍ਰੰਥ ਸਾਹਿਬ ਦਾ ਜਦਰ ਨੂੰ ਵੀ ਚੜ੍ਹਾਈਆਂ ਕੀਤੀਆਂ, ਅਸੀਂ ਕਦੀ ਹਾਰ ਮਨਜ਼ੂਰ ਨਹੀਂ ਕੀਤੀ। ਅਸੀਂ ਉਸੇ ਪਰਿਵਾਰ ਦੇ ਬੱਚੇ ਆ, ਔਰ ਕਿਸਾਨ ਕਦੀ ਇੱਥੋਂ ਹਾਰ ਕੇ ਨਹੀਂ ਜਾਊਗਾ। ਮੋਦੀ ਨੂੰ ਹਾਰਨਾ ਪਊਗਾ, ਮੋਦੀ ਨੂੰ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ। ਅੱਜ ਕਰ ਲੈ, ਕੱਲ੍ਹ ਕਰ ਲੈ, ਉਹਦੀ ਸੋਚ ਹੈ। ਸੋ ਅੱਗੇ ਵੀ ਗੱਲ ਕਰਦੇ ਆ, ਇੱਥੇ ਫੌਜੀ ਰਿਟਾਇਰਡ ਜਿਹੜੇ ਨੇ ਉਹ ਆਏ ਹੋਏ ਨੇ ਤੇ ਆਪਣੇ ਮੈਡਲ ਵੀ ਵਾਪਸ ਕਰਨ ਦਾ ਦਾਅਵਾ ਕਰ ਰਹੇ ਨੇ। ਤੇ ਤੁਸੀਂ ਵੀ ਜਾਣਦੇ ਹੀ ਹੋ ਕਿ ਜਦੋਂ ਦਾ ਇਹ ਅੰਦੋਲਨ ਸ਼ੁਰੂ ਹੋਇਆ ਹੈ, ਹਰ ਕੋਈ ਇਸ ਦਾ ਵਿਰੋਧ ਕਰ ਰਿਹਾ ਆ, ਔਰ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿਰੋਧ ਤਾਂ ਕਰ ਹੀ ਰਿਹਾ ਆ। ਕੋਈ ਆਪਣੇ ਅਵਾਰਡ ਵਾਪਸ ਕਰ ਰਿਹਾ ਆ, ਕੋਈ ਮੈਡਲ ਵਾਪਸ ਕਰ ਰਿਹਾ ਆ। ਸੋ ਸਤਿ ਸ਼੍ਰੀ ਅਕਾਲ ਬਾਬਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ? ਬਸ ਬਿਲਕੁਲ ਠੀਕ ਤੇ ਨਹੀਂ ਹੈ ਜੀ, ਐਵੇਂ ਕਹਿ ਦਈਏ ਠੀਕ ਹੈ, ਕਿਉਂਕਿ ਇੱਕ ਜੋ ਸੈਨਿਕ ਹੁੰਦਾ ਹੈ, ਫੌਜੀ ਹੁੰਦਾ ਹੈ, ਉਹਦੇ ਮਨ ਦੇ ਵਿੱਚ ਆਪਣੇ ਦੇਸ਼ ਦੇ ਪ੍ਰਤੀ, ਆਪਣੇ ਲੋਕਾਂ ਦੇ ਪ੍ਰਤੀ ਇੱਕ ਬੜਾ ਵੱਡਾ ਦਰਦ ਹੁੰਦਾ ਹੈ। ਤੇ ਉਹ ਜਿਹੜਾ ਦਰਦ ਹੈ ਉਹ ਅਸੀਂ ਅੱਜ ਇੱਥੇ ਦੇਖ ਰਹੇ ਹਾਂ, ਜੋ ਕਿ ਤੁਹਾਨੂੰ ਸਾਡੇ ਫੇਸ ਤੋਂ ਵੀ ਨਜ਼ਰ ਆ ਰਿਹਾ ਹੈ, ਸਾਡੀ ਗੱਲਬਾਤ ਤੋਂ ਵੀ ਨਜ਼ਰ ਆ ਰਿਹਾ ਹੈ। ਉਹ ਜਿਹੜਾ ਦਰਦ ਹੈ ਉਹ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ।
ਸੋ ਇਸ ਕਰਕੇ ਹਾਲ ਚਾਲ ਤੇ ਬਿਲਕੁਲ ਹੀ ਖਰਾਬ ਹੀ ਹੈ ਬਿਲਕੁਲ। ਹਾਂਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਦਰਦ ਜਿਹੜਾ ਝਲਕ ਰਿਹਾ ਆ, ਉਹ ਇੱਥੇ ਹਰ ਕੋਈ ਜਿਹੜਾ ਇਨਸਾਨ ਬੈਠਾ ਹੈ ਇਸ ਵੇਲੇ ਉਹਦੇ ਅੰਦਰ ਦਰਦ ਤਾਂ ਹੈ ਹੀ ਹੈ ਆ, ਹਨਾ। ਤਾਂ ਇਸ ਅੰਦੋਲਨ ਤੋਂ ਸਾਨੂੰ ਬੜੀਆਂ ਚੀਜ਼ਾਂ ਸਿੱਖਣ ਨੂੰ ਵੀ ਮਿਲ ਰਹੀਆਂ ਨੇ, ਨਵੀਆਂ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਨੇ, ਜਿੱਦਾਂ ਕਿ ਜਿਹੜੇ ਪੰਜਾਬ ਦੇ ਨਾਲ ਬਾਕੀ ਸਟੇਟਸ ਆ ਕੇ ਮਿਲ ਰਹੇ ਨੇ, ਹਨਾ। ਸੋ ਇੱਕ ਜਿਹੜੀ ਕਿਸਾਨ ਲੜਾਈ ਇੱਥੇ ਲੜ ਰਿਹਾ ਹੈ ਤੇ ਫੌਜੀ ਜਿਹੜੀ ਲੜਾਈ ਬਾਰਡਰ ਤੇ ਲੜ ਰਿਹਾ ਆ, ਇੱਥੇ ਵੀ ਕਿਸਾਨ ਸ਼ਹੀਦ ਹੋ ਰਹੇ ਨੇ, ਉੱਥੇ ਵੀ ਸ਼ਹੀਦ ਹੋ ਰਹੇ ਨੇ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਸਭ ਤੋਂ ਪਹਿਲਾਂ ਤੇ ਇਹ ਜੋ ਸਾਡਾ ਭਾਰਤ ਦੇਸ਼ ਹੈ ਜਿਹਦੇ ਨੂੰ ਅਸੀਂ ਪੂਰੀ ਤਰ੍ਹਾਂ ਸਮਰਪਿਤ ਹਾਂ, ਇਹ ਅੱਜ ਸਾਨੂੰ ਏਕਤਾ ਨਜ਼ਰ ਆ ਰਹੀ ਹੈ। ਦੂਸਰਾ, ਇਹ ਜੋ ਇੰਨਾ ਇਕੱਠ ਹੈ ਇਹਨੂੰ ਜੇ ਆਪਾਂ ਮਾਮੂਲੀ ਜਾਣ ਲਈਏ ਜਾਂ ਇੱਕ ਭੀੜ ਜਾਣ ਲਈਏ, ਭੀੜ ਨਹੀਂ ਹੈ, ਇਹ ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਹੈ। ਇਹੀ ਏਕਤਾ ਜਵਾਨ ਨੂੰ ਬਾਰਡਰ ਤੇ ਲੜਨ ਵਾਸਤੇ ਉਤਸ਼ਾਹਿਤ ਕਰਦੀ ਹੈ। ਇਹੀ ਏਕਤਾ ਅੱਜ ਕਿਸਾਨ ਮਜ਼ਦੂਰ ਹਰ ਵਰਗ ਜਿਹੜਾ ਧਰਨੇ ਤੇ ਬੈਠਾ ਹੈ ਉਹਨੂੰ ਆਪਣੇ ਸ਼ਾਂਤਮਈ ਅੰਦੋਲਨ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਆਪਣੀ ਲੜਾਈ ਲੜਨ ਵਾਸਤੇ ਉਤਸ਼ਾਹਿਤ ਕਰ ਰਹੀ ਹੈ। ਕਿਵੇਂ ਲੱਗਦਾ ਹੈ ਕਿ ਤੁਸੀਂ ਪਹਿਲਾਂ ਬਾਰਡਰਾਂ ਤੇ ਲੜਾਈਆਂ ਲੜੀਆਂ ਨੇ ਤੇ ਹੁਣ ਫਿਰ ਇੱਥੇ ਆ ਕੇ ਇੱਕ ਲੜਾਈ ਦੇ ਵਿੱਚ ਸ਼ਾਮਲ ਹੋਏ ਹੋ? ਇਹੀ ਤਾਂ ਦੁੱਖ ਹੈ। ਅਗਰ ਸਾਡੀ ਲੜਾਈ ਕਿਸੇ ਦੁਸ਼ਮਣ ਦੇ ਨਾਲ ਹੋਵੇ, ਦੁਸ਼ਮਣ ਦੇਸ਼ ਦੇ ਨਾਲ ਹੋਵੇ, ਸਾਡੇ ਪਰਿਵਾਰਾਂ ਨੂੰ ਇਹ ਚਾਅ ਚੜ੍ਹਦਾ ਹੈ ਕਿ ਸਾਡੇ ਜਿਹੜੇ ਸੈਨਿਕ ਭਰਾ ਨੇ, ਸਾਡੇ ਬੱਚੇ ਨੇ, ਸਾਡੇ ਪਿਓ ਨੇ, ਸਾਡੇ ਪਰਿਵਾਰ, ਹਰ ਇੱਕ ਫੈਮਿਲੀ ਰਿਸ਼ਤਾ ਸੋਚਦਾ ਕਿ ਸਾਡਾ ਬਾਰਡਰ ਤੇ ਸ਼ਹੀਦ ਹੋ ਕੇ ਆਊਗਾ। ਪਰ ਅੱਜ ਜਦੋਂ ਕਿਸਾਨ ਦੀ ਇੱਥੇ ਮੌਤ ਹੁੰਦੀ ਹੈ ਆਪਣੇ ਹੀ ਦੇਸ਼ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ, ਉਹਦੀ ਕਿਸੇ ਬਿਮਾਰੀ ਦੇ ਨਾਲ ਜਾਂ ਕਿਸੇ ਹਾਰਟ ਅਟੈਕ ਦੇ ਨਾਲ, ਐਕਸੀਡੈਂਟ ਦੇ ਨਾਲ ਮੌਤ ਹੁੰਦੀ ਹੈ, ਤੇ ਉਹ ਇੱਕ ਬਹੁਤ ਹੀ ਬੜੀ ਵੱਡੀ ਦੁਖਦਾਈ ਹੈ। ਇਹ ਜੋ ਮਰਾਲ ਹੈ, ਇਹ ਜਿੱਥੇ ਕਿਸਾਨਾਂ ਨੂੰ ਪ੍ਰਭਾਵਿਤ ਕੀਤਾ, ਇਹਨੇ ਸਾਬਕਾ ਸੈਨਿਕਾਂ ਨੂੰ ਪ੍ਰਭਾਵਿਤ ਕਰਦਾ ਹੈ। ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਹੈ, ਇੱਕ ਖਦਸ਼ਾ ਹੈ ਕਿ ਜਿਹੜੇ ਸਾਡੇ, ਕਿਉਂਕਿ ਅਸੀਂ ਵੀ ਸੈਨਿਕ ਰਹਿ ਕੇ ਆਏ ਆ, ਪਹਿਲਾਂ ਅਸੀਂ ਕਿਸਾਨ ਸੀ, ਫਿਰ ਜਵਾਨ ਬਣੇ, ਦੁਬਾਰਾ ਫਿਰ ਕਿਸਾਨ ਹੈ, ਪਰ ਹੁਣ ਜਿਹੜੇ ਸਾਡੇ ਜਵਾਨ ਨੇ ਉਹਨਾਂ ਦੇ ਮਨ ਤੇ ਵੀ ਇਹ ਬੜਾ ਅਸਰ ਪੈ ਰਿਹਾ ਹੈ, ਕਿਉਂਕਿ ਉਹ ਸੋਚ ਰਹੇ ਸਾਡੇ ਮਾਪਿਓ ਤੇ ਧਰਨੇ ਤੇ ਬੈਠੇ ਨੇ, ਠੰਡ ਦੇ ਵਿੱਚ ਬੈਠੇ ਨੇ। ਮੈਂ ਹਰ ਇੱਕ ਚੈਨਲ ਤੇ ਗੱਲ ਰਿਪੀਟ ਕਰਦਾ ਹਾਂ ਕਿ ਸਮਾਂ ਹੁੰਦਾ ਹੈ, ਲੇਹ ਲਦਾਖ ਦੇ ਵਿੱਚ ਵੀ ਇੰਨੀ ਠੰਡ ਪੈਂਦੀ ਹੈ, 2 ਜਾਂ 3 ਮਹੀਨੇ ਤੋਂ ਬਾਅਦ ਉੱਥੋਂ ਰੂਟੀਨ ਚੇਂਜ ਹੁੰਦੀ ਹੈ। ਪਰ ਇਹ ਜਿਹੜੇ ਸਾਡੇ ਕਿਸਾਨ ਭਰਾ ਧਰਨੇ ਦੇ ਵਿੱਚ ਇੱਥੇ ਬੈਠੇ ਨੇ, ਇਹਨਾਂ ਦੀ ਕੀ ਚੇਂਜ ਹੋ ਰਿਹਾ, ਕੀ ਹੋ ਰਿਹਾ ਇਹਨਾਂ ਦੇ ਨਾਲ, ਇਹਨਾਂ ਨੂੰ ਜਲਦੀ ਤੋਂ ਜਲਦੀ ਵਾਪਸ ਭੇਜਣ ਵਾਸਤੇ ਸਰਕਾਰ ਨੂੰ ਜਿਹੜੇ ਆ ਉਹ ਆਪਣੇ ਫੈਸਲੇ ਉਹ ਵਾਪਸ ਲੈਣੇ ਪੈਣੇ ਆ, ਤੇ ਉਹ ਇਹਨਾਂ ਦੀ ਗੱਲ ਜਿਹੜੀ ਸੁਣ ਕੇ ਤੇ ਇਹਨਾਂ ਨੂੰ ਵਾਪਸ ਸਿਹਤਬਾਜ਼ੀ ਦੇ ਨਾਲ ਘਰਾਂ ਦੇ ਵਿੱਚ ਭੇਜੇ ਜੀ। ਸੋ ਅੱਗੇ ਵੀ ਗੱਲ ਕਰਦੇ ਆਂ, ਵੱਧਦੇ ਆਂ। ਬਾਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ, ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਫੈਸਲਾ ਪਹੁੰਚ ਚੁੱਕਿਆ ਆ ਇਸ ਵੇਲੇ, ਤੇ ਕਹਿ ਰਹੇ ਨੇ ਕਿ ਆਪਣੀ ਇੱਕ ਪਾਰਟੀ ਬਣਾਈ ਜਾਵੇ, ਤੇ ਕੀ ਲੱਗਦਾ ਹੈ ਕਿ ਇਸ ਗੱਲ ਦੇ ਨਾਲ ਆਪਣਾ ਜਿਹੜਾ ਕਿਸਾਨੀ ਅੰਦੋਲਨ ਦਾ ਮਸਲਾ ਹੱਲ ਹੋਵੇਗਾ? ਹਾਂਜੀ ਹਾਂਜੀ, ਉਹ ਇਸ ਤਰ੍ਹਾਂ ਜੀ, ਉਹ ਸਾਰੀਆਂ ਸਰਕਾਰਾਂ ਦੀਆਂ ਚਾਲਾਂ ਨੇ, ਕੋਈ ਕੁਝ ਨਹੀਂ ਫਰਕ ਕਰਨਾ, ਕਿਉਂਕਿ ਸਰਕਾਰ ਹਰ ਤਰ੍ਹਾਂ ਦੇ ਦਾਅ ਪੇਚ ਜਿਹੜੀ ਹੈ ਖੇਲ ਰਹੀ ਹੈ, ਉਹ ਲੇਕਿਨ ਉਹ ਕਿਸੇ ਦਾਅ ਦੇ ਵਿੱਚ ਸਰਕਾਰ ਜਿਹੜੀ ਕਾਮਯਾਬ ਨਹੀਂ ਹੋ ਰਹੀ, ਕਿਉਂਕਿ ਕਾਨੂੰਨ ਬਿਲਕੁਲ ਗਲਤ ਹੈਗੇ ਨੇ, ਉਹ ਲੋਕਾਂ ਦੇ ਹੱਕ 'ਚ ਨਹੀਂ ਹੈਗੇ। ਮੈਂ ਤੇ ਇਹੀ ਅੱਜ ਦੀ ਸਰਕਾਰ ਨੂੰ ਰਿਕੁਐਸਟ ਕਰ ਸਕਦਾ ਹਾਂ ਵੀ ਇਹ ਜਿਹੜੇ ਕਾਲੇ ਕਾਨੂੰਨ ਲੋਕਾਂ ਤੇ ਜ਼ਬਰਦਸਤੀ ਥੋਪੇ ਜਾ ਰਹੇ, ਇਹਨਾਂ ਨੂੰ ਪਲੀਜ਼ ਵਾਪਸ ਕੀਤਾ ਜਾਵੇ ਔਰ ਇਹਦੇ ਉੱਤੇ ਦੁਬਾਰਾ ਵਿਚਾਰ ਕੀਤੀ ਜਾਵੇ। ਸੋ ਗੱਲ ਇਹ ਹੈ ਕਿ ਜਿਹੜਾ ਮਸਲਾ ਹੈ ਉਹ ਹਜੇ ਤੱਕ ਹੱਲ ਨਹੀਂ ਹੋ ਰਿਹਾ, ਸਰਕਾਰਾਂ ਆਪਣੇ ਫੈਸਲੇ ਨਹੀਂ ਸੁਣਾ ਰਹੀਆਂ। ਇੱਥੇ ਲਗਾਤਾਰ ਹਰ ਇੱਕ ਦਿਨ ਸਾਨੂੰ ਕੋਈ ਨਾ ਕੋਈ ਦੁਖਦਾਈ ਘਟਨਾ ਸੁਣਨ ਨੂੰ ਮਿਲ ਰਹੀ ਹੈ। ਹਾਂਜੀ ਹਾਂਜੀ, ਇਹਦੇ ਵਾਸਤੇ ਬਹੁਤ ਮਾੜੀ ਗੱਲ ਹੈ ਜੀ। ਇਹ ਸਰਕਾਰ ਆਪਣੀ ਅੜੀ ਦੇ ਉੱਤੇ ਅੜੀ ਹੋਈ ਹੈ, ਤੇ ਲੋਕ ਇਸ ਤਰ੍ਹਾਂ ਦਾ ਮੌਸਮ, ਦੂਰੋਂ ਚੱਲ ਕੇ ਟ੍ਰੈਫਿਕ ਬਹੁਤ ਆ, ਕੋਈ ਨਾ ਕੋਈ ਐਕਸੀਡੈਂਟ, ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ, ਤਾਂ ਕਿਸੇ ਨਾ ਕਿਸੇ ਦਾ ਜੀ ਜਾਂ ਪਰਿਵਾਰ ਦਾ ਮੈਂਬਰ ਚਲੇ ਜਾਂਦਾ, ਉਹਦੇ ਵਾਸਤੇ ਬਹੁਤ ਪਰੇਸ਼ਾਨੀ ਵਾਲੀ ਗੱਲ ਆ। ਬੜੀ ਦੁਖਦਾਇਕ ਘਟਨਾ ਹੋ ਰਹੀਆਂ ਜਿਹੜੀਆਂ ਡੇਲੀ ਤਕਰੀਬਨ 1-2 ਕੇਸ ਜਿਹੜੇ ਆ ਡੇਲੀ ਸਾਡੇ ਡੈਥ ਕੇਸ ਹੋ ਰਹੇ ਆ। ਇਹ ਸਰਕਾਰ ਨੂੰ ਇਹਨਾਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ, ਤੇ ਇਹ ਜਿਹੜੇ ਮਤਲਬ ਕਾਨੂੰਨ ਆ ਵਾਪਸ ਲੈਣੇ ਚਾਹੀਦੇ ਆ। ਬਹੁਤ ਬਹੁਤ ਧੰਨਵਾਦ ਜੀ। ਸੋ ਤੁਸੀਂ ਵੀ ਦੇਖ ਰਹੇ ਹੋ ਕਿ ਲਗਾਤਾਰ ਜਿਹੜਾ ਵਿਰੋਧ ਜਾਰੀ ਹੈ, ਤੇ ਹਰ ਕੋਈ ਇੱਥੇ ਆ ਕੇ ਸਿਰਫ ਇਹੀ ਗੱਲ ਕਹਿ ਰਿਹਾ ਕਿ ਸਰਕਾਰ ਨੂੰ ਜਿਹੜੇ ਕਾਨੂੰਨ ਹੈ ਉਹ ਵਾਪਸ ਲੈ ਲੈਣੇ ਚਾਹੀਦੇ ਨੇ। ਪੰਜਾਬੀ ਨੈਸ਼ਨਲ ਟੀਵੀ ਤੋਂ ਲਗਾਤਾਰ ਲਾਈਵ।